listeners, Sat Sri Akal. I am Professor Manjeet Singh, subject Political Science, GGN Khalsa College, Ludhiana. ਅੱਜ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਬੜਾ ਸਿੰਪਲ ਹੈ। ਵਾਟ ਇਜ਼ ਪੋਲੀਟੀਕਲ ਸਾਇੰਸ? ਸੋ ਆਪਾਂ ਗੱਲ ਕਰਦੇ ਹਾਂ ਕਿ ਪੋਲੀਟੀਕਲ ਸਾਇੰਸ ਕੀ ਹੁੰਦੀ ਹੈ। ਜਿੰਨੇ ਵੀ ਸਬਜੈਕਟ ਨੇ ਪੋਲੀਟੀਕਲ ਸਾਇੰਸ ਤੋਂ ਇਲਾਵਾ ਇਕਨੋਮਿਕਸ ਹੈ, ਹਿਸਟਰੀ ਹੈ, ਸੋਸ਼ੀਓਲੋਜੀ ਹੈ, ਹੋਰ ਵੀ ਬਹੁਤ ਸਾਰੇ ਸਬਜੈਕਟ ਨੇ। ਹਰ ਸਬਜੈਕਟ ਦਾ ਇੱਕ ਜਨਮਦਾਤਾ ਹੁੰਦਾ ਵਾ ਤੇ ਪੋਲੀਟੀਕਲ ਸਾਇੰਸ ਦਾ ਜਿਹੜਾ ਜਨਮਦਾਤਾ ਉਹ ਅਰਿਸਟੋਟਲ ਹੈ, ਜਿਹਨੂੰ ਆਪਾਂ ਕਹਿੰਦੇ ਆ ਫਾਦਰ ਆਫ ਪੋਲੀਟੀਕਲ ਸਾਇੰਸ। ਪੋਲੀਟੀਕਲ ਸਾਇੰਸ ਵੈਸੇ ਤਾਂ ਇਨਫਾਰਮਲ ਸ਼ੇਪ 'ਚ ਅਰਿਸਟੋਟਲ ਤੋਂ ਪਹਿਲਾਂ ਵੀ ਇਹਦੀ ਗੱਲ ਹੁੰਦੀ ਰਹੀ ਹੈ, ਪਰ ਅਰਿਸਟੋਟਲ ਨੇ ਜਿਹੜੀ ਇੱਕ ਸੇਇੰਗ ਦੱਸੀ ਉਹਦੇ ਵਿੱਚੋਂ ਪੋਲੀਟੀਕਲ ਸਾਇੰਸ ਦਾ ਜਨਮ ਹੁੰਦਾ ਵਾ। ਅਸਲ ਤੌਰ ਤੇ ਉਹ ਸੇਇੰਗ ਕੀ ਹੈ? Man is a social animal by nature and necessity, and he who lives beyond the society, either he is God or devil. ਇਹਦਾ ਮਤਲਬ ਵੀ ਬੰਦਾ ਆਪਣੀਆਂ ਜ਼ਰੂਰਤਾਂ ਕਰਕੇ ਤੇ ਆਪਣੇ ਸੁਭਾਅ ਕਰਕੇ ਸਮਾਜਿਕ ਪ੍ਰਾਣੀ ਹੈ, ਤੇ ਜਿਹੜਾ ਮਨੁੱਖ ਇਸ ਸੁਸਾਇਟੀ ਤੋਂ ਪਰੇ ਰਹਿੰਦਾ ਵਾ, he who lives beyond the society, either he is God or devil, ਜਾਂ ਉਹ ਰੱਬ ਹੈ ਜਾਂ ਸ਼ੈਤਾਨ ਹੈ। ਇਹਦਾ ਮਤਲਬ ਇਹ ਆ ਵੀ ਬੰਦਾ ਜਿੰਨੇ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਵਾ ਉਹ ਸਾਰੀਆਂ ਸੁਸਾਇਟੀ ਤੋਂ ਜ਼ਰੂਰਤਾਂ ਪੂਰੀਆਂ ਕਰਦਾ ਵਾ। ਬੰਦੇ ਨੂੰ ਸ਼ਰਟ ਚਾਹੀਦੀ ਹੈ, ਬੰਦੇ ਨੂੰ ਪੈਨ ਚਾਹੀਦਾ, ਬੰਦੇ ਨੂੰ ਕੋਈ ਵੀ ਚੀਜ਼ ਚਾਹੀਦੀ ਹੈ, ਆਪਾਂ ਉਹ ਸਾਰੀਆਂ ਜ਼ਰੂਰਤਾਂ ਆਪਣੀਆਂ ਸੁਸਾਇਟੀ ਤੋਂ ਪੂਰੀਆਂ ਕਰਨੇ ਆ। ਸੋ ਸਾਡੇ ਵਾਸਤੇ ਫਿਰ ਸੁਸਾਇਟੀ 'ਚ ਰਹਿਣਾ ਬੜਾ ਜ਼ਰੂਰੀ ਹੈ। ਇਸ ਤਰ੍ਹਾਂ ਬੰਦੇ ਦੀ ਨੇਚਰ ਹੈ, ਬੰਦਾ ਆਪਣੇ ਸੁਭਾਅ ਕਰਕੇ ਆਪਣੀ ਨੇਚਰ ਕਰਕੇ ਸੁਸਾਇਟੀ 'ਚ ਰਹਿੰਦਾ ਵਾ। ਬੰਦੇ ਨੇ ਹੱਸਣਾ, ਖੇਡਣਾ, ਰੋਣਾ, ਗੁੱਸਾ ਕਰਨਾ, ਪਿਆਰ ਕਰਨਾ, ਇਹ ਸਭ ਕੁਝ ਸੁਸਾਇਟੀ ਤੋਂ ਸਿੱਖਿਆ ਵਾ। ਕਹਿਣ ਦਾ ਮਤਲਬ ਇਹ ਵੀ ਬੰਦਾ ਇਕੱਲਾ ਨਹੀਂ ਰਹਿ ਸਕਦਾ। ਬੰਦੇ ਦੀਆਂ ਜਿੰਨੀਆਂ ਵੀ ਜ਼ਰੂਰਤਾਂ, ਬੰਦੇ ਦਾ ਜਿੰਨਾ ਵੀ ਸੁਭਾਅ ਦੀਆਂ ਜ਼ਰੂਰਤਾਂ, ਉਹ ਸਾਰੀਆਂ ਕਿੱਥੋਂ ਪੂਰੀਆਂ ਹੁੰਦੀਆਂ ਵਾ? ਉਹ ਸੁਸਾਇਟੀ 'ਚ ਰਹਿ ਕੇ ਹੀ ਪੂਰੀਆਂ ਹੁੰਦੀਆਂ ਵਾ। ਸੋ ਇਹ ਸੁਸਾਇਟੀ ਦੇ ਵਿੱਚ ਇੱਕ ਇੰਟਰਡਿਪੈਂਡੈਂਸ ਹੈ, ਕੋਈ ਬੰਦਾ ਇਕੱਲਾ ਨਹੀਂ ਰਹਿ ਸਕਦਾ। ਸੋ ਪੋਲੀਟੀਕਲ ਸਾਇੰਸ ਦੀ ਜਿਹੜੀ ਸ਼ੁਰੂਆਤ ਹੋਈ ਉਹ ਇਸ ਤਰ੍ਹਾਂ ਹੋਈ ਵੀ ਬੰਦੇ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ, ਬੰਦੇ ਨੂੰ ਜਿਹੋ ਜਿਹੀ ਜ਼ਰੂਰਤ ਆਈ ਉਹਨੇ ਉਹੋ ਜਿਹੀ ਸੁਸਾਇਟੀ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾ ਲਈ। ਜਿਹੋ ਜਿਹੀਆਂ ਜ਼ਰੂਰਤਾਂ ਆਉਂਦੀਆਂ ਗਈਆਂ, ਜੇ ਆਪਾਂ ਇਤਿਹਾਸ ਦੇਖੀਏ, ਬੰਦਾ ਉਹੋ ਜਿਹੀਆਂ ਆਰਗੇਨਾਈਜੇਸ਼ਨ ਬਣਾਉਂਦਾ ਗਿਆ। ਪਰ ਇਹ ਜਿਹੜੀਆਂ ਆਰਗੇਨਾਈਜੇਸ਼ਨ ਸੀ ਇਹ ਬੰਦੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਸੀ ਕਰ ਸਕਦੀਆਂ। ਸੋ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਦੀ ਲੋੜ ਸੀ ਜਿਹੜੀ ਮਨੁੱਖ ਦੇ ਸਰਬਪੱਖੀ ਵਿਕਾਸ ਦੀ ਲੋੜ ਪੂਰੀ ਕਰ ਸਕੇ। ਤੇ ਉਹ ਜਿਹੜੀ ਇੱਕ ਆਰਗੇਨਾਈਜੇਸ਼ਨ ਸਾਹਮਣੇ ਆਈ ਉਹ ਸਟੇਟ ਦੇ ਰੂਪ ਵਿੱਚ ਸਾਹਮਣੇ ਆਈ। ਇਹ ਜਿਹੜੀ ਸਟੇਟ, ਇਹਨੂੰ ਆਪਾਂ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਕਹਿੰਦੇ ਆ। ਤੇ ਇਸ ਕਰਕੇ ਇਹ ਜਿਹੜਾ ਸਟੇਟ ਦੀ ਆਰਗੇਨਾਈਜੇਸ਼ਨ ਜਦੋਂ ਸਾਹਮਣੇ ਆਈ, ਇਹ ਸਟੇਟ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਬੰਦੇ ਦੀਆਂ ਹਰ ਇੱਕ ਜ਼ਰੂਰਤਾਂ ਪੂਰੀਆਂ ਕਰਦੀ ਹੈ। ਬੰਦੇ ਨੂੰ ਚੰਗੀ ਐਜੂਕੇਸ਼ਨ ਚਾਹੀਦੀ ਹੈ, ਬੰਦੇ ਨੂੰ ਚੰਗੀਆਂ ਸੜਕਾਂ ਚਾਹੀਦੀਆਂ ਵਾ, ਬੰਦੇ ਨੂੰ ਚੰਗੀ ਹੈਲਥ ਚਾਹੀਦੀ ਹੈ, ਬੰਦੇ ਨੂੰ ਚੰਗੀ ਸਿਹਤ ਚਾਹੀਦੀ ਹੈ। ਇਹ ਸਾਰੀਆਂ ਜ਼ਰੂਰਤਾਂ ਜਿਹੜੀਆਂ ਵਾ ਇਹ ਸਟੇਟ, ਮਤਲਬ ਇੱਕ ਬੰਦੇ ਦੀ ਇੱਕ ਜਿਹੜੀ ਆਲ ਰਾਉਂਡ ਡਿਵੈਲਪਮੈਂਟ ਹੈ ਉਹ ਸਟੇਟ ਤੇ ਡਿਪੈਂਡ ਕਰਦੀ ਹੈ। ਸੋ ਇੱਥੋਂ ਪੋਲੀਟੀਕਲ ਸਾਇੰਸ ਦਾ ਜਨਮ ਹੋ ਜਾਂਦਾ ਵਾ। ਕਹਿਣ ਦਾ ਮਤਲਬ ਵੀ ਪੋਲੀਟੀਕਲ ਸਾਇੰਸ ਇਜ਼ ਦੈਟ ਸਬਜੈਕਟ ਵਿਚ ਡੀਲਸ ਵਿਦ ਸਟੇਟ। ਪੋਲੀਟੀਕਲ ਸਾਇੰਸ ਉਹ ਵਿਸ਼ਾ ਹੈ ਜਿਹਦਾ ਸੰਬੰਧ ਰਾਜ ਨਾਲ ਹੁੰਦਾ ਵਾ। ਹੌਲੀ ਹੌਲੀ ਜੇ ਆਪਾਂ ਅੱਗੇ ਚੱਲਦੇ ਜਾਈਏ, ਸਟੇਟ ਤੋਂ ਇਲਾਵਾ ਅੱਗੋਂ ਇਹਦੀ ਤਰੱਕੀ ਹੁੰਦੀ ਗਈ। ਭਈ ਪੋਲੀਟੀਕਲ ਸਾਇੰਸ ਸਿਰਫ ਸਟੇਟ ਦਾ ਅਧਿਐਨ ਨਹੀਂ ਕਰਦੀ, ਸਟੇਟ ਨੂੰ ਚਲਾਉਣ ਵਾਲੀ ਇੱਕ ਏਜੰਸੀ ਹੈ, ਰਾਜ ਦੀ ਇੱਛਾ ਨੂੰ ਪ੍ਰਗਟ ਕਰਨ ਵਾਲੀ ਇੱਕ ਏਜੰਸੀ ਹੈ, ਇੱਕ ਮਸ਼ੀਨਰੀ ਹੈ ਜਿਹੜੀ ਰਾਜ ਦੇ ਸਾਰੇ ਕੰਮ ਕਰਦੀ ਹੈ। ਉਹ ਕੌਣ ਹੈ? ਸਰਕਾਰ ਹੈ ਉਹ ਵਾਲੀ। ਇਸ ਕਰਕੇ ਫਿਰ ਪੋਲੀਟੀਕਲ ਸਾਇੰਸ ਦੇ ਫੀਲਡ ਦੇ ਵਿੱਚ, ਸਬਜੈਕਟ ਮੈਟਰ ਦੇ ਵਿੱਚ ਇੱਕ ਵਾਧਾ ਹੋਇਆ। ਉਹ ਵਾਧਾ ਕੀ ਹੋਇਆ? ਵੀ ਪੋਲੀਟੀਕਲ ਸਾਇੰਸ ਇਜ਼ ਅ ਸਬਜੈਕਟ ਵਿਚ ਡੀਲਸ ਵਿਦ ਸਟੇਟ ਐਂਡ ਗਵਰਨਮੈਂਟ। ਸੋ ਆਪਾਂ ਕਹਿ ਸਕਦੇ ਹਾਂ ਵੀ ਪੋਲੀਟੀਕਲ ਸਾਇੰਸ ਦਾ ਸਬਜੈਕਟ ਬੜਾ ਪੁਰਾਣਾ ਸਬਜੈਕਟ ਹੈ ਵਾਲਾ। ਅੱਜ ਤੋਂ 2,500-3 ਹਜ਼ਾਰ ਸਾਲ ਪਹਿਲੋਂ ਅਰਿਸਟੋਟਲ ਦੇ ਟਾਈਮ ਇਹਦਾ ਜਨਮ ਹੋਇਆ। ਵਿਦਨ ਦੀ ਪੈਸੇਜ ਆਫ ਟਾਈਮ ਜਿਹੜਾ ਪੋਲੀਟੀਕਲ ਸਾਇੰਸ ਦਾ ਸਬਜੈਕਟ ਹੈ, ਇਹਦੇ ਅਰਥ ਦੇ ਵਿੱਚ ਤੇ ਇਹਦੇ ਸਬਜੈਕਟ ਮੈਟਰ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ। ਜਿਹੜੇ ਟ੍ਰੈਡੀਸ਼ਨਲ ਪੋਲੀਟੀਕਲ ਸਾਇੰਟਿਸਟ ਨੇ
ਉਹਨਾਂ ਨੇ ਇਹ ਕਿਹਾ ਵੀ ਪੋਲੀਟੀਕਲ ਸਾਇੰਸ ਦਾ ਸੰਬੰਧ ਕੇਵਲ ਰਾਜ ਨਾਲ ਤੇ ਸਰਕਾਰ ਨਾਲ ਹੈ। ਪਰ ਜਿਹੜੇ ਮਾਡਰਨ ਪੋਲੀਟੀਕਲ ਥਿੰਕਰ ਨੇ ਉਹਨਾਂ ਨੇ ਇਹ ਗੱਲ ਕੀਤੀ ਵੀ ਪੋਲੀਟੀਕਲ ਸਾਇੰਸ ਦਾ ਸੰਬੰਧ ਕੇਵਲ ਰਾਜ ਨਾਲ ਤੇ ਸਰਕਾਰ ਨਾਲ ਨਹੀਂ, ਇਹਦਾ ਸੰਬੰਧ ਪੋਲੀਟੀਕਲ ਐਕਟੀਵਿਟੀਜ਼ ਦੇ ਨਾਲ ਵੀ ਹੈਗਾ ਵਾ। ਸਟਰਗਲ ਫਾਰ ਪਾਵਰ, ਯੂਸ ਆਫ ਇਨਫਲੂਐਂਸ, ਪਾਵਰ, ਅਥਾਰਟੀ, ਜਾਂ ਤੁਸੀਂ ਕਹਿ ਸਕਦੇ ਹੋ ਵੀ ਇਹਦਾ ਸੰਬੰਧ ਹਿਊਮਨ ਬਿਹੇਵੀਅਰ ਦੇ ਨਾਲ ਹੈ, ਕਿਉਂਕਿ ਹਿਊਮਨ ਬਿਹੇਵੀਅਰ ਸ਼ੁਰੂ ਤੋਂ ਇਹ ਪਾਵਰ ਦੇ ਮਗਰ ਦੌੜਦਾ ਵਾ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਪੋਲੀਟੀਕਲ ਸਾਇੰਸ ਦਾ ਸੰਬੰਧ ਜਿਹੜਾ ਵਾ ਇਹ ਬੰਦੇ ਦੇ ਨਾਲ ਹੈ, ਮੈਨ ਦੇ ਨਾਲ ਹੈ। ਜਿੰਨੀ ਵੀ ਪੋਲੀਟੀਕਲ ਸਾਇੰਸ ਹੈ ਉਹ ਸਾਰੀ ਮੈਨ ਦੇ ਹਿਊਮਨ ਬਿਹੇਵੀਅਰ ਦੇ ਇਰਦ ਗਿਰਦ ਜਿਹੜੀ ਹੈ ਉਹ ਘੁੰਮਦੀ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਮੀਨਿੰਗ ਦੀ। ਜਿਹੜਾ ਪੋਲੀਟੀਕਲ ਸਾਇੰਸ ਸਬਜੈਕਟ ਹੈ, ਜੇ ਆਪਾਂ ਪੁਰਾਣੇ ਸਮੇਂ 'ਚ ਜਾਈਏ 2,500-3,000 ਸਾਲ ਪਹਿਲੋਂ, ਪੋਲੀਟੀਕਲ ਸਾਇੰਸ ਦਾ ਸ਼ਬਦ ਜਿਹੜਾ ਵਾ ਇਹ ਪੋਲਿਟਿਕਸ ਤੋਂ ਆਇਆ ਵਾ। ਪਰ ਗੱਲ ਇਹ ਆ ਵੀ ਜਿਹੜਾ ਪੋਲਿਟਿਕਸ ਹੈ ਉਹ ਕਿੱਥੋਂ ਆਇਆ? ਗ੍ਰੀਕ ਲੈਂਗੁਏਜ ਦਾ ਇੱਕ ਸ਼ਬਦ ਹੈ ਪੋਲਿਸ। ਪੋਲਿਸ ਦਾ ਮਤਲਬ ਹੈ ਸਿਟੀ ਸਟੇਟ। ਸਿਟੀ ਸਟੇਟ ਦਾ ਮਤਲਬ ਛੋਟੇ ਛੋਟੇ ਰਾਜ। ਅੱਜ ਤੋਂ 2,500-3,000 ਸਾਲ ਪਹਿਲੋਂ ਛੋਟੇ ਛੋਟੇ ਰਾਜ ਹੁੰਦੇ ਸੀ। ਉਹ ਰਾਜਾਂ ਦੇ ਨਾਲ ਜਿਹੜਾ ਸਬਜੈਕਟ ਡੀਲ ਕਰਦਾ ਸੀ ਉਸ ਟਾਈਮ ਉਹਨੂੰ ਪੋਲਿਟਿਕਸ ਕਹਿੰਦੇ ਸੀ। ਹੌਲੀ ਹੌਲੀ ਸਿਟੀ ਸਟੇਟ ਦਾ ਜਿਹੜਾ ਫੀਲਡ ਹੈ, ਜਿਹੜਾ ਸਬਜੈਕਟ ਮੈਟਰ ਹੈ, ਉਹ ਵਧਦਾ ਗਿਆ। ਜਦੋਂ ਸਿਟੀ ਸਟੇਟ ਦਾ ਫੀਲਡ ਜਾਂ ਸਬਜੈਕਟ ਮੈਟਰ ਵਧਦਾ ਗਿਆ, ਸਿਟੀ ਸਟੇਟ ਤੋਂ ਜੇ ਅੱਜ ਦੇ ਜ਼ਮਾਨੇ 'ਚ ਇਹਨੂੰ ਦੇਖ ਲਈਏ ਤੇ ਹੁਣ ਸਿਟੀ ਸਟੇਟ ਕਨਵਰਟ ਹੋ ਕੇ ਇੱਕ ਨੇਸ਼ਨ ਸਟੇਟ ਜਿਹੜੀ ਹੈ ਉਹ ਬਣ ਗਈ। ਮਤਲਬ ਵੱਡੇ ਵੱਡੇ ਰਾਜਾਂ ਦਾ ਜਨਮ ਹੋ ਗਿਆ। ਇਸ ਕਰਕੇ ਸਿਟੀ ਸਟੇਟ ਤੋਂ ਸਟੇਟ ਆ ਗਏ, ਨੇਸ਼ਨ ਸਟੇਟ, ਸੋਵਰਨ ਸਟੇਟਸ ਆ ਗਈਆਂ। ਤੇ ਜਿਹੜਾ ਸਬਜੈਕਟ ਹੁਣ ਸੋਵਰਨ ਸਟੇਟਸ ਨੂੰ, ਨੇਸ਼ਨ ਸਟੇਟ ਨੂੰ ਡੀਲ ਕਰਦਾ ਵਾ, ਉਹ ਸਬਜੈਕਟ ਹੋ ਗਿਆ ਹੁਣ ਪੋਲੀਟੀਕਲ ਸਾਇੰਸ। ਸੋ ਪੋਲਿਟਿਕਸ ਤੋਂ ਪੋਲੀਟੀਕਲ ਸਾਇੰਸ ਤੇ ਸਿਟੀ ਸਟੇਟ ਤੋਂ ਨੇਸ਼ਨ ਸਟੇਟ ਜਿਹੜੀਆਂ ਵਾ, ਸੋਵਰਨ ਸਟੇਟ ਜਿਹੜੀਆਂ ਵਾ, ਉਹਨਾਂ ਦਾ ਜਨਮ ਹੋ ਗਿਆ। ਇਹਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਨੇ ਪੋਲੀਟੀਕਲ ਸਾਇੰਸ ਦੀਆਂ, ਕੁਝ ਟ੍ਰੈਡੀਸ਼ਨਲ ਨੇ, ਕੁਝ ਮਾਡਰਨ ਨੇ। ਬਹੁਤ ਸਾਰੀਆਂ ਡੈਫੀਨੇਸ਼ਨ ਦਿੱਤੀਆਂ ਗਈਆਂ ਵਾ। ਮੈਂ ਤੁਹਾਨੂੰ 2-3 ਡੈਫੀਨੇਸ਼ਨਾਂ ਬੜੀਆਂ ਸਿੰਪਲ ਉਹਨਾਂ ਬਾਰੇ ਦੱਸਾਂਗਾ। ਇੱਕ ਪੋਲੀਟੀਕਲ ਥਿੰਕਰ ਨੇ ਗਾਰਨਰ ਨੇ ਬੜੀ ਸਿੰਪਲ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਇਹਦੀ ਡੈਫੀਨੇਸ਼ਨ ਦਿੱਤੀ ਹੈ। ਉਹਨੇ ਕੀ ਕਿਹਾ? ਪੋਲੀਟੀਕਲ ਸਾਇੰਸ ਇਜ਼ ਅ ਸਬਜੈਕਟ ਵਿਚ ਡੀਲਸ ਵਿਦ ਸਟੇਟ, ਓਨਲੀ ਸਟੇਟ। ਪਰ ਪੋਲੀਟੀਕਲ ਸਾਇੰਸ ਦਾ ਸੰਬੰਧ ਸਿਰਫ ਕਿਹਦੇ ਨਾਲ ਹੈ? ਰਾਜ ਨਾਲ। ਉਸ ਤੋਂ ਗਾਂ ਜਿਉਂ ਪੋਲੀਟੀਕਲ ਸਾਇੰਸ ਦੀ ਡਿਵੈਲਪਮੈਂਟ ਹੋਈ, ਇੱਕ ਹੋਰ ਥਿੰਕਰ ਆਇਆ ਲੀਕੌਕ ਨੇ ਗੱਲ ਕੀਤੀ ਵੀ ਪੋਲੀਟੀਕਲ ਸਾਇੰਸ ਦਾ ਸੰਬੰਧ ਜਿਹੜਾ ਵਾ ਇਹ ਸਰਕਾਰ ਨਾਲ ਹੁੰਦਾ ਵਾ। ਮਤਲਬ ਗਾਰਨਰ ਨੇ ਸਟੇਟ ਨਾਲ ਕਿਹਾ ਤੇ ਲੀਕੌਕ ਨੇ ਕਿਹੜੀ ਗੱਲ ਕੀਤੀ? ਪੋਲੀਟੀਕਲ ਸਾਇੰਸ ਡੀਲਸ ਵਿਦ ਗਵਰਨਮੈਂਟ ਓਨਲੀ। ਪਰ ਮੈਂ ਤੁਹਾਨੂੰ ਦੱਸਿਆ ਵਾ ਪੋਲੀਟੀਕਲ ਸਾਇੰਸ ਦਾ ਸਬਜੈਕਟ ਬੜਾ ਪੁਰਾਣਾ, ਇਹਦੇ ਚ ਡਿਵੈਲਪਮੈਂਟਸ ਹੁੰਦੀਆਂ ਗਈਆਂ, ਚੇਂਜਸ ਆਉਂਦੀਆਂ ਗਈਆਂ। ਤੀਸਰਾ ਪੋਲੀਟੀਕਲ ਸਾਇੰਟਿਸਟ ਹੈ ਉਹ ਡੀਮੌਕ ਨੇ ਇਹ ਗੱਲ ਕੀਤੀ ਵੀ ਪੋਲੀਟੀਕਲ ਸਾਇੰਸ ਦਾ ਸੰਬੰਧ ਕੇਵਲ ਰਾਜ ਨਾਲ ਨਹੀਂ ਜਾਂ ਕੱਲਾ ਸਰਕਾਰ ਨਾਲ ਨਹੀਂ। ਡੀਮੌਕ ਨੇ ਗੱਲ ਇਹ ਕੀਤੀ ਵੀ ਪੋਲੀਟੀਕਲ ਸਾਇੰਸ ਇਜ਼ ਅ ਸਬਜੈਕਟ ਵਿਚ ਡੀਲਸ ਵਿਦ ਸਟੇਟ ਐਂਡ ਗਵਰਨਮੈਂਟ। ਠੀਕ ਹੈ, ਇਹ ਜਿਹੜੇ ਸੀ ਇਹ ਆ ਟ੍ਰੈਡੀਸ਼ਨਲ ਪੋਲੀਟੀਕਲ ਸਾਇੰਟਿਸਟ। ਪਰ ਜੇ ਦੇਖਿਆ ਜਾਏ ਤਾਂ 1908 ਦੇ ਵਿੱਚ ਜਦੋਂ ਪੋਲੀਟੀਕਲ ਸਾਇੰਸ ਦੇ ਫੀਲਡ ਦੇ ਵਿੱਚ ਇੱਕ ਬਿਹੇਵੀਅਰ ਰੈਵੋਲੂਸ਼ਨ ਆਈ, ਉਹ ਜਿਹੜੀ ਬਿਹੇਵੀਅਰ ਰੈਵੋਲੂਸ਼ਨ ਆਈ ਉਹ ਮਾਡਰਨ ਥਿੰਕਰ ਨੇ। ਉਹਨਾਂ 'ਚ ਗ੍ਰਾਹਮ ਵਾਲਸ ਹੈ, ਆਰਥਰ ਬੈਂਟਲੇ ਆ। ਇਹਨਾਂ ਨੇ ਜਿਹੜੀਆਂ ਆਪਣੀਆਂ 2 ਕਿਤਾਬਾਂ ਲਿਖੀਆਂ ਉਸ ਟਾਈਮ, ਦਾ ਹਿਊਮਨ ਨੇਚਰ ਇਨ ਪੋਲਿਟਿਕਸ ਐਂਡ ਦਾ ਪ੍ਰੋਸੈਸ ਆਫ ਗਵਰਨਮੈਂਟ, ਉਹਦੇ ਵਿੱਚ ਇਹਨਾਂ ਨੇ ਹਿਊਮਨ ਬਿਹੇਵੀਅਰ ਦੀ ਗੱਲ ਕੀਤੀ ਵੀ ਜਿਹੜਾ ਹਿਊਮਨ ਬਿਹੇਵੀਅਰ ਹੈ ਇਹ ਪੋਲੀਟੀਕਲ ਸਿਸਟਮ ਦੀ ਫੰਕਸ਼ਨਿੰਗ ਨੂੰ ਪ੍ਰਭਾਵਿਤ ਕਰਦਾ। ਸੋ ਜਿਹੜੀ ਮਾਡਰਨ ਪੋਲੀਟੀਕਲ ਸਾਇੰਸ ਹੈ ਉਹ ਕੱਲੀ ਰਾਜ ਦੀ ਜਾਂ ਸਰਕਾਰ ਦਾ ਅਧਿਐਨ ਨਹੀਂ ਕਰਦੀ, ਉਹ ਨਾਲ ਦੀ ਨਾਲ ਜਿਹੜੀ ਪਾਵਰ ਹੈ, ਜਿਹੜਾ ਹਿਊਮਨ ਬਿਹੇਵੀਅਰ ਹੈ, ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਨੇ, ਉਹ ਸਾਰਿਆਂ ਦਾ ਅਧਿਐਨ ਇਹ ਪੋਲੀਟੀਕਲ ਸਾਇੰਸ ਕਰਦੀ ਹੈ। ਸੋ ਬਹੁਤ ਸਾਰੇ ਪੁਆਇੰਟਸ ਨੇ, ਕੁਝ ਜਿਹੜੇ ਪੁਆਇੰਟਸ ਨੇ ਉਹ ਟ੍ਰੈਡੀਸ਼ਨਲ ਨੇ, ਕੁਝ ਮਾਡਰਨ ਨੇ, ਜਿਹੜੀ ਮਾਡਰਨ ਪੋਲੀਟੀਕਲ ਸਾਇੰਸ ਡੀਲ ਕਰਦੀ ਹੈ। ਟ੍ਰੈਡੀਸ਼ਨਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਪੋਲੀਟੀਕਲ ਸਾਇੰਸ ਰਾਜ ਦਾ ਤੇ ਸਰਕਾਰ ਦਾ ਅਧਿਐਨ ਕਰਦੀ ਹੈ। ਤੇ ਇਸ ਤਰ੍ਹਾਂ ਹੀ ਜਿਹੜੀ ਮਾਡਰਨ ਪੋਲੀਟੀਕਲ ਸਾਇੰਸ ਹੈ ਉਹਦੇ ਵਿੱਚ ਪੋਲੀਟੀਕਲ ਸਿਸਟਮ ਦਾ, ਪਾਵਰ ਦਾ, ਲੀਡਰਸ਼ਿਪ ਦਾ, ਇਨਫਲੂਐਂਸ ਦਾ, ਇਲੈਕਟੋਰਲ ਸਿਸਟਮਸ ਦਾ, ਇਹ ਜਿਹੜੀ ਪੋਲੀਟੀਕਲ ਸਾਇੰਸ ਹੈ ਉਹ ਅਧਿਐਨ ਕਰਦੀ ਹੈ। ਸੋ ਆਪਾਂ ਅਗਲੇ ਟੌਪਿਕਸ ਦੇ ਵਿੱਚ ਇਹਨਾਂ ਦੀ ਪੋਲੀਟੀਕਲ ਸਾਇੰਸ ਦੇ ਵੱਖਰੇ ਵੱਖਰੇ ਜਿਹੜੇ ਵਿਸ਼ੇ ਨੇ ਉਹਨਾਂ ਬਾਰੇ ਅਧਿਐਨ ਕਰਾਂਗੇ। ਥੈਂਕ ਯੂ ਵੈਰੀ ਮਚ।